विधान सभा च कांग्रेस ने कीता गुंडागर्दी दा नंगा नाच। विरोधी धिर दे सवालां दौरान बंद करवाई आवाज ते कैमरा रिकॉर्डिंग। आम आदमी पार्टी ਵੱਲੋਂ सरकार दा BSF ਅਤੇ DAP मसले ते हाई वोल्टेज विरोध। देखो कांग्रेस दी तानाशाही दी फुल रिपोर्ट। बीते दिनी पंजाब विधान सभा दे अंदर ते बाहर सवेर तो ही माहौल काफी तत्ता नजर आ रहा सी, क्योंकि विरोधी धिर पंजाब दे मसलिਆਂ ਨੂੰ ਲੈ ਕੇ सरकार ਨੂੰ घेरन ਦੀ पूरी ਤਿਆਰੀ ਵਿੱਚ ਹੀ ਗਈ ਸੀ। ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ MLA ਹੋਸਟਲ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਕੁਲਤਾਰ ਸਿੰਘ ਸੰਧਵਾ ਸਮੇਤ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਇੱਕ ਬੈਠਕ ਕੀਤੀ ਗਈ, ਜਿਸ ਉਪਰੰਤ ਹਰਪਾਲ ਸਿੰਘ ਚੀਮਾ ਸਮੇਤ ਪਾਰਟੀ ਦੇ ਹੋਰਨਾਂ ਵਿਧਾਇਕਾਂ ਨੇ DAP ਖਾਦ ਦੀਆਂ ਖਾਲੀ ਬੋਰੀਆਂ ਲੈ ਕੇ ਸਰਕਾਰ ਖਿਲਾਫ ਤਿੱਖੀ ਨਾਅਰੇਬਾਜ਼ੀ ਕਰਦੇ ਹੋਏ ਵਿਧਾਨ ਸਭਾ ਵੱਲ ਪੈਦਲ ਹੀ ਕੂਚ ਕਰ ਦਿੱਤਾ ਤੇ ਕਿਹਾ ਕਿ ਸਰਕਾਰ ਮੋਦੀ ਵਾਂਗ ਕਿਸਾਨਾਂ ਦਾ ਸ਼ੋਸ਼ਣ ਕਰ ਰਹੀ ਹੈ। ਉਹਨਾਂ ਕਿਹਾ ਕਿ ਆਖਰੀ 2 ਮਹੀਨਿਆਂ 'ਚ ਤਾਂ ਸਰਕਾਰ ਆਪਣੀਆਂ ਉਪਲਬਧੀਆਂ ਦੱਸਦੀ ਹੁੰਦੀ ਹੈ, ਇਹ ਪਹਿਲੀ ਸਰਕਾਰ ਹੈ ਜਿਹੜੀ ਅਜੇ ਵੀ ਐਲਾਨ ਕਰਦੀ ਤੁਰੀ ਫਿਰਦੀ ਹੈ। ਕੀ ਕਰੀਏ ਜੀ, ਹੁਣ ਮੈਂ ਜਿਹੜੇ ਪਿੰਡ ਜਾਣਾ ਉਹ ਸਾਰੇ ਲੋਕ ਕਹਿੰਦੇ DAP ਲਿਆ ਕੇ ਦਿਓ। ਲੋਕਾਂ ਨੇ ਤਾਂ ਸਾਨੂੰ ਕਹਿਣਾ, ਇਹਨਾਂ ਨੂੰ ਇਹ ਕੀ ਪਤਾ ਵੀ ਸਰਕਾਰ ਚੰਨੀ ਦੀ ਹੈ। ਭਰੇਗਾ ਪਰ ਥੈਲਾ ਤੁਹਾਨੂੰ ਲੱਗਦਾ ਇਹਨੇ ਧੌਣ ਤੇ ਗੋਡਾ ਰੱਖ ਕੇ ਭਰਾਵਾਂਗੇ, ਕਿਉਂਕਿ ਕਿਸਾਨੀ ਤੇ ਮਜ਼ਦੂਰੀ ਤੋਂ ਮਜ਼ਦੂਰਾਂ ਦੇ ਤੇ ਕਿਸਾਨਾਂ ਦੇ ਹੱਕਾਂ ਤੋਂ ਬਿਨਾਂ ਤਾਂ ਪੰਜਾਬ ਦੇ ਵਿੱਚ ਕੱਖ ਵੀ ਨਹੀਂ ਹੋਣਾ। ਸੋ ਅਸੀਂ ਲੈ ਕੇ ਦੇਵਾਂਗੇ। ਸਰਕਾਰ ਦੇ ਆਪ ਦੇ ਨੱਕ ਥੱਲੇ ਕਾਲਾਬਾਜ਼ਾਰੀ ਹੋ ਰਹੀ ਹੈ। ਅੱਜ ਇਹਨਾਂ ਦੇ ਚਹੇਤਿਆਂ ਨੂੰ ਤਾਂ DAP ਬਿਨਾਂ ਮੰਗੇ ਤੋਂ ਮਿਲ ਰਹੀ ਹੈ, ਪਰ ਜਿਹੜਾ ਅਸਲੀ ਕਿਸਾਨ ਆ ਉਹ ਲੰਬੀਆਂ ਲਾਈਨਾਂ ਦਾ ਰੱਖ, ਫਿਰ ਵੀ ਕਿਤੇ ਉਹਨੂੰ ਹਫ਼ਤੇ ਬਾਅਦ 10 ਦਿਨ ਬਾਅਦ DAP ਮਿਲਣੀ ਆ। ਇਹ ਪਤਾ ਨਹੀਂ ਕਿ ਚੰਨੀ ਸਰਕਾਰ ਨੂੰ ਪਤਾ ਨਹੀਂ ਲੱਗਦਾ ਵੀ ਉਹਦੇ ਪੰਜਾਬ ਦੇ ਵਿੱਚ ਕੀ ਹੋ ਰਿਹਾ। ਲਾਸਟ ਵਾਲੇ 2-2.5 ਮਹੀਨੇ ਸਰਕਾਰਾਂ ਆਪਦੀਆਂ ਪ੍ਰਾਪਤੀਆਂ ਗਣਾਉਂਦੀਆਂ ਹੁੰਦੀਆਂ ਵੀ ਭਾਈ ਅਸੀਂ ਪੌਣੇ 5 ਸਾਲ ਕੀ ਕੀਤਾ, ਆਪਦਾ ਰਿਪੋਰਟ ਕਾਰਡ ਲੋਕਾਂ 'ਚ ਲੈ ਕੇ ਆਉਂਦੀਆਂ ਹੁੰਦੀਆਂ, ਤੇ ਸਰਕਾਰ ਹਜੇ ਵੀ ਅਨਾਉਂਸਮੈਂਟ ਕਰਨ ਲੱਗੀ ਹੋਈ ਹੈ। ਇੰਪਲੀਮੈਂਟੇਸ਼ਨ ਕਿੱਥੇ ਹੋਈ ਹੈ? ਦੇਖੋ ਪੰਜਾਬ ਦੇ ਵਿੱਚ ਇਸ ਸਮੇਂ ਜਿਹੜੇ ਆ ਮੁੱਖ ਮੰਤਰੀ ਜਿਹੜੇ ਚੰਨੀ ਸਾਹਿਬ ਆ, ਮੈਂ ਸਮਝਦਾ ਕਿ ਉਹਨਾਂ ਦਾ ਨਾਮ ਸਿਰਫ ਐਲਾਨ ਮੰਤਰੀ ਰੱਖਣਾ ਚਾਹੀਦਾ, ਕਿਉਂਕਿ ਉਹ ਅੱਜ 50 ਦਿਨਾਂ ਦੇ ਵਿੱਚ ਹਰ ਮੰਗਲਵਾਰ ਉਹਨਾਂ ਦੀ ਕੈਬਨਿਟ ਦੀ ਮੀਟਿੰਗ ਹੁੰਦੀ ਆ ਔਰ ਉਹਦੇ ਵਿੱਚ ਐਲਾਨ ਕੀਤੇ ਜਾਂਦੇ ਆ, ਨੋਟੀਫਿਕੇਸ਼ਨ ਇੱਕ ਦਾ ਵੀ ਨਹੀਂ। ਤੇ ਉਧਰ ਦੂਜੇ ਪਾਸੇ ਵਿਧਾਨ ਸਭਾ ਦੇ ਇਸ ਸਪੈਸ਼ਲ ਸੈਸ਼ਨ ਦੇ ਕੰਪਲੀਟ ਲਾਈਵ ਟੈਲੀਕਾਸਟ ਦੀ ਉਮੀਦ ਪੂਰਾ ਪੰਜਾਬ ਕਰ ਰਿਹਾ ਸੀ, ਜਿਸ ਦੀ ਮੰਗ ਆਮ ਆਦਮੀ ਪਾਰਟੀ ਨੇ ਵੀ ਜ਼ੋਰ ਸ਼ੋਰ ਨਾਲ ਕੀਤੀ ਸੀ ਤਾਂ ਕਿ ਵਿਧਾਨ ਸਭਾ 'ਚ ਹੋਈ ਚਰਚਾ ਸੂਬੇ ਦੇ ਹਰ ਨਾਗਰਿਕ ਤੱਕ ਪਹੁੰਚ ਸਕੇ। ਪਰ ਹੋਇਆ ਕੀ, ਤੁਸੀਂ ਖੁਦ ਹੀ ਸੁਣ ਲਵੋ। ਜਦੋਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਕਾਂਗਰਸ ਦੇ TRP ਮੁੱਖ ਮੰਤਰੀ ਜੀ ਮਾਈਕ ਲੈ ਕੇ ਇਕੱਲੇ ਹੀ ਬੋਲਣਾ ਸ਼ੁਰੂ ਹੋ ਗਏ, ਕਿਉਂਕਿ ਪੰਜਾਬ ਸਰਕਾਰ ਸਵੇਰ ਤੋਂ ਹੀ ਸਵਾਲਾਂ ਤੋਂ ਬਚਣ ਲਈ ਕਿਸੇ ਵੀ ਮੁੱਦੇ ਤੇ ਵਿਚਾਰ ਵਟਾਂਦਰਾ ਕਰਨ ਦੇ ਮੂਡ ਵਿੱਚ ਹੀ ਨਹੀਂ ਸੀ। ਚੰਨੀ ਸਾਹਿਬ ਨੇ ਲਗਭਗ 2-2.5 ਘੰਟੇ ਆਪਣੇ ਪੁਰਾਣੇ ਰਟੇ ਰਟਾਏ ਭਾਸ਼ਣਾਂ ਵਾਂਗ ਪੰਜਾਬੀਆਂ ਨੂੰ ਬਿਜਲੀ ਵਗੈਰਾ ਦੇ ਦਿੱਤੇ ਲੋਲੀਪੌਪ ਗਿਣਾਏ ਤੇ ਮਜੀਠੀਆ ਬਾਰੇ ਜਰਾ ਕੁ ਤੱਤੀਆਂ ਗੱਲਾਂ ਬੋਲ ਕੇ ਹੀ ਸਾਰ ਦਿੱਤਾ। ਪਰ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਗੱਲ ਅਤੇ BSF ਦੇ ਮੁੱਦੇ ਤੇ ਚੱਜ ਨਾਲ ਸਫਾਈ ਦੇਣ ਤੋਂ ਉਹ ਫੇਰ ਭੱਜਦੇ ਹੀ ਨਜ਼ਰ ਆਏ, ਜਦੋਂ ਕਿ ਇਸ ਦੌਰਾਨ ਆਮ ਆਦਮੀ ਪਾਰਟੀ ਲਗਾਤਾਰ ਸਰਕਾਰ ਤੋਂ BSF ਦੇ ਵਧਾਏ ਗਏ ਦਾਇਰੇ ਅਤੇ DAP ਖਾਦ ਦੀ ਘਾਟ ਤੇ ਜਵਾਬ ਮੰਗਦੀ ਰਹੀ। ਪਰ ਸਵਾਲਾਂ ਦੇ ਡਰ ਤੋਂ ਅਤੇ ਲੋਕਾਂ ਤੋਂ ਸੱਚ ਛੁਪਾਉਣ ਲਈ ਕਾਂਗਰਸ ਸਰਕਾਰ ਵੱਲੋਂ ਪਹਿਲਾਂ ਹੀ ਵਿਰੋਧੀ ਧਿਰ ਅਤੇ ਮੀਡੀਆ ਦੇ ਕੈਮਰਿਆਂ ਨੂੰ ਵਿਧਾਨ ਸਭਾ 'ਚ ਦਾਖਲ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ, ਤੇ ਜੇਕਰ ਥੋੜੀ ਬਹੁਤੀ ਫੁਟੇਜ ਰਿਕਾਰਡ ਵੀ ਹੋਈ ਤਾਂ ਵਿਰੋਧੀ ਧਿਰ ਦੇ ਸਵਾਲਾਂ ਦੌਰਾਨ ਆਵਾਜ਼ ਨੂੰ ਮਿਊਟ ਕਰ ਦਿੱਤਾ ਗਿਆ। ਤੁਸੀਂ ਤਸਵੀਰਾਂ ਖੁਦ ਹੀ ਦੇਖ ਲਓ। ਉਹਨਾਂ ਨੇ ਰੀਨੈਗੋਸ਼ੀਏਟ ਕੀਤੇ ਬਿਜਲੀ ਦੇ ਬਿੱਲ, ਉਹਨੂੰ ਫਿਕਰ ਪਿਆ ਹੋਇਆ ਸੀ। ਜਿਵੇਂ ਕਿ ਤੁਸੀਂ ਵੇਖਿਆ, ਆਵਾਜ਼ ਘਟਾਈ ਜਾਂ ਖਰਾਬ ਨਹੀਂ ਕੀਤੀ ਗਈ, ਸਗੋਂ ਬਿਲਕੁਲ ਹੀ ਬੰਦ ਕਰ ਦਿੱਤੀ ਗਈ ਸੀ। ਜਦੋਂ ਕਿ ਆਪਣੇ ਲੰਬੇ ਚੌੜੇ ਭਾਸ਼ਣ ਦੀ ਵੀਡੀਓ ਬਣਾ ਕੇ ਚੰਨੀ ਸਾਹਿਬ ਨੇ ਇੱਕ ਮੀਡੀਆ ਚੈਨਲ ਤੇ ਟੈਲੀਕਾਸਟ ਕਰਵਾਈ। ਇਹ ਸਾਰਾ ਖੇਡ ਲੋਕਾਂ ਨੂੰ ਗੁੰਮਰਾਹ ਕਰਨ ਲਈ ਹੀ ਰਚਿਆ ਗਿਆ ਸੀ, ਤਾਂ ਕਿ ਵਿਰੋਧੀ ਧਿਰ ਦੇ ਸਵਾਲ ਲੋਕਾਂ ਸਾਹਮਣੇ ਨਾ ਆਉਣ ਅਤੇ ਕਾਂਗਰਸ ਨੂੰ ਜਵਾਬ ਵੀ ਨਾ ਦੇਣਾ ਪਵੇ। ਬਸ ਚੰਨੀ ਸਾਹਿਬ ਖੁਦ ਦੀ ਫੋਟੋ ਚਲਾ ਕੇ ਹੀ ਇਹ ਦਿਖਾ ਦੇਣ ਕਿ ਵਿਧਾਨ ਸਭਾ 'ਚ ਇਕੱਲੇ ਉਹਨਾਂ ਨੇ ਹੀ ਪੰਜਾਬੀਆਂ ਦੀ ਗੱਲ ਕੀਤੀ ਹੈ। ਆਫਟਰ ਆਲ ਡਰਾਮੇਬਾਜ਼ੀ 'ਚ ਤਾਂ ਚੰਨੀ ਜੀ ਮਾਹਿਰ ਨੇ। ਇਹ ਸਰੇਆਮ ਗੁੰਡਾਗਰਦੀ ਹੈ, ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਹੈ, ਤੇ ਆ ਭੋਲਾ ਜਿਹਾ ਮੂੰਹ ਬਣਾ ਕੇ ਖੜਾ ਸ਼ਖਸ ਜੇ ਇੰਨਾ ਹੀ ਸੱਚਾ ਬੰਦਾ ਹੈ ਤਾਂ ਇਹੋ ਜਿਹੇ ਬੇਈਮਾਨੇ ਕਰਨ ਦੀ ਕੀ ਜ਼ਰੂਰਤ ਪੈ ਗਈ। ਸੱਚ ਤਾਂ ਇਹ ਹੈ ਕਿ ਇਹਨਾਂ ਕਾਂਗਰਸੀਆਂ ਕੋਲ ਕੋਈ ਜਵਾਬ ਹੀ ਨਹੀਂ। ਮੋਦੀ ਵਾਂਗ ਇਹ ਵੀ ਲੋਕਾਂ ਨੂੰ ਅੰਨੇ ਭਗਤ ਬਣਾਉਣ 'ਚ ਲੱਗੇ ਹੋਏ ਨੇ। ਭਾਵੇਂ ਤੁਹਾਨੂੰ ਸਾਡੀ ਸ਼ਬਦਾਵਲੀ ਮੁੱਖ ਮੰਤਰੀ ਲਈ ਥੋੜੀ ਤੱਤੀ ਲੱਗੇ, ਪਰ ਇਸ ਤਾਨਾਸ਼ਾਹੀ ਦੀ ਜਿੰਨੇ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਜਾਵੇ ਉਨੀ ਹੀ ਘੱਟ ਹੈ। ਸਰਕਾਰ ਵੱਲੋਂ ਨਾਕਾਮੀ ਛੁਪਾਉਣ ਦੀ ਕੀਤੀ ਗਈ ਇਹ ਕੋਸ਼ਿਸ਼ ਦਾ ਖੁਲਾਸਾ ਆਮ ਆਦਮੀ ਪਾਰਟੀ ਵੱਲੋਂ ਸਦਨ ਤੋਂ ਬਾਹਰ ਆ ਕੇ ਮੀਡੀਆ ਦੇ ਜ਼ਰੀਏ ਕੀਤਾ ਗਿਆ। ਉਹਨਾਂ ਦੱਸਿਆ ਕਿ ਜਦੋਂ ਵਿਰੋਧੀ ਧਿਰ ਵੱਲੋਂ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਨੂੰ BSF ਦੇ ਮੁੱਦੇ ਤੇ ਸਵਾਲ ਕੀਤਾ ਕਿ ਚੰਨੀ ਸਾਹਿਬ ਤੁਸੀਂ ਖੁਦ ਹੀ ਇਸ ਲਈ ਜ਼ਿੰਮੇਵਾਰ ਹੋ, ਤੁਸੀਂ ਹੀ ਮੋਦੀ ਨਾਲ ਮੀਟਿੰਗ ਤੋਂ ਬਾਅਦ ਬਾਰਡਰ ਸੀਲ ਕਰਨ ਦੀ ਗੱਲ ਕੀਤੀ, ਜਿਸ ਦੀ ਜਾਣਕਾਰੀ ਟਵੀਟ ਜ਼ਰੀਏ ਵੀ ਤੁਸੀਂ ਖੁਦ ਹੀ ਦਿੱਤੀ ਸੀ।
ਤਾਂ ਮੁੱਖ ਮੰਤਰੀ ਜੀ ਸਰੇਆਮ ਮੁੱਕਰ ਗਏ ਕਿ ਮੈਂ ਅਜਿਹਾ ਕੋਈ ਟਵੀਟ ਤਾਂ ਕੀਤਾ ਹੀ ਨਹੀਂ, ਜਿਸ ਤੋਂ ਬਾਅਦ ਅਮਨ ਅਰੋੜਾ ਵੱਲੋਂ ਸਦਨ 'ਚ ਹੀ ਮੋਬਾਈਲ ਤੇ ਉਹ ਟਵੀਟ ਚੰਨੀ ਸਾਹਿਬ ਨੂੰ ਦਿਖਾ ਦਿੱਤਾ ਗਿਆ। ਕਿਉਂਕਿ ਇਹਨਾਂ ਨੇ ਬਕਾਇਦਾ ਟਵੀਟ ਕਰਕੇ ਕਿਹਾ ਵੀ ਜਿਹੜੇ ਆ ਬਾਰਡਰਾਂ ਨੂੰ ਸੀਜ਼ ਕੀਤਾ ਜਾਵੇ ਤੇ ਅਗਲੇ ਨੇ ਕਰਤਾ। ਅਮਨ ਅਰੋੜਾ ਜੀ ਨੇ ਅੰਦਰ ਖੜੇ ਹੋ ਕੇ ਵੀ ਕਿਹਾ ਵੀ ਤੁਸੀਂ ਟਵੀਟ ਕੀਤਾ, ਮੁੱਖ ਮੰਤਰੀ ਸਾਹਿਬ ਮੁੱਕਰ ਗਏ। ਮੈਂ ਤਾਂ ਕਹਿੰਦਾ ਕੋਈ ਟਵੀਟ ਹੀ ਨਹੀਂ ਕੀਤਾ, ਅਸੀਂ ਕੱਢ ਕੇ ਦਿਖਾ ਦਾਂ ਅੰਦਰ ਵੀ ਆ ਕੀਤਾ ਹੋਇਆ ਤੁਸੀਂ। ਫਿਰ ਕੋਈ ਜਵਾਬ ਨਹੀਂ, ਕਿਉਂਕਿ ਉਦੋਂ ਵੀ ਟਵੀਟ ਬੀਜੇਪੀ ਨੇ ਕਹਿ ਕੇ ਹੀ ਕਰਵਾਇਆ ਹੋਊਗਾ ਵੀ ਭਾਈ ਆ ਟਵੀਟ ਕਰ, ਫਿਰ ਕਾਂਗਰਸ ਨੇ ਰੀਟਵੀਟ ਕੀਤਾ। ਪਰ ਅਫਸੋਸ ਕਾਂਗਰਸ ਦੇ ਝੂਠ ਰਿਕਾਰਡ ਨਹੀਂ ਹੋ ਸਕੇ, ਕਿਉਂਕਿ ਅਜਿਹੇ ਝੂਠ ਲੁਕਾਉਣ ਲਈ ਹੀ ਕਾਂਗਰਸ ਵੱਲੋਂ ਸਿਰਫ ਚੰਨੀ ਸਾਹਿਬ ਦਾ ਟੈਲੀਕਾਸਟ ਕਰਵਾਇਆ ਗਿਆ, ਸਦਨ ਦੀ ਪੂਰੀ ਕਾਰਵਾਈ ਦਾ ਨਹੀਂ। ਚੰਨੀ ਸਾਹਿਬ ਨੇ ਤਾਂ ਜਿਸ ਦੇ ਨਾਲ ਪਾਰਟੀ ਮੀਟਿੰਗ ਹੋਈ ਸੀ, ਉਸ ਮੀਟਿੰਗ ਦੇ ਵਿੱਚ ਐਲਾਨ ਕੀਤਾ ਸੀਗਾ ਕਿ ਸਾਰਿਆਂ ਦੇ ਕੈਮਰੇ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਹੋਣਗੇ। ਕੀ ਉਹ ਵਿਧਾਨ ਸਭਾ ਦੇ ਅੰਦਰ ਹੈਗੇ ਨੇਗੇ? ਕੀ ਵਿਧਾਨ ਸਭਾ ਦਾ ਸੈਸ਼ਨ ਲਾਈਵ ਹੋ ਰਿਹਾਗਾ? ਪੰਜਾਬ ਦੇ ਮਾਨਯੋਗ ਸਪੀਕਰ ਸਾਹਿਬ ਨੇ ਪਿਛਲੀ ਬਿਜ਼ਨਸ ਐਡਵਾਈਜ਼ਰੀ ਕਮੇਟੀ 'ਚ ਐਲਾਨ ਕੀਤਾ ਸੀਗਾ ਕਿ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਹੋਊਗਾ। ਕੀ ਮਾਨਸੂਨ ਸੈਸ਼ਨ ਹੋ ਰਿਹਾਗਾ? ਇਹ ਸਿਰਫ ਐਲਾਨ ਕਰਦੇ ਨੇ ਕਿ ਐਲਾਨ ਤੋਂ ਸਿਵਾਏ ਕੁਝ ਨਹੀਂ ਕਰਦੇ। ਇਸ ਦੇ ਨਾਲ ਹੀ ਸਰਕਾਰ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਨਾ ਮਿਲਦਾ ਵੇਖ ਆਮ ਆਦਮੀ ਪਾਰਟੀ ਨੇ BSF ਅਤੇ DAP ਖਾਦ ਦੇ ਮੁੱਦੇ ਤੇ ਸਦਨ 'ਚੋਂ ਵਾਕਆਊਟ ਕਰ ਦਿੱਤਾ ਤੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਪੰਜਾਬ ਨੂੰ ਵੇਚਣ ਵਾਲੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਪੰਜਾਬ ਨੂੰ ਮੋਦੀ ਸਰਕਾਰ ਕੋਲੇ ਵੇਚਣ ਵਾਲੀ ਸਰਕਾਰ ਮੁਰਦਾਬਾਦ, ਮੁਰਦਾਬਾਦ। ਚੱਲੀ ਸਰਕਾਰ ਮੁਰਦਾਬਾਦ। ਨਾਲ ਹੀ ਨਾਲ ਆਮ ਆਦਮੀ ਪਾਰਟੀ ਵੱਲੋਂ ਦੇਰ ਰਾਤ ਤੱਕ ਕੀਤੇ ਗਏ ਵਿਰੋਧ ਦੌਰਾਨ ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕਿਸੇ ਵੀ ਵਿਧਾਇਕ ਨੂੰ ਕਿਸੇ ਵੀ ਮਸਲੇ ਤੇ ਬੋਲਣ ਨਹੀਂ ਦਿੱਤਾ ਗਿਆ ਤੇ ਇਕੱਠੇ 11 ਬਿੱਲਾਂ ਨੂੰ ਸਪੀਕਰ ਵੱਲੋਂ ਪਾਸ ਕਹਿ ਕੇ ਹੀ ਬਿਨਾਂ ਕਿਸੇ ਚਰਚਾ ਤੋਂ ਪਾਸ ਕਰ ਦਿੱਤਾ ਗਿਆ। ਹੁਣ ਜਿਸ ਗੱਲ ਵਾਸਤੇ ਅਸੀਂ ਵਾਕਆਊਟ ਕਰਕੇ ਆਏ ਆ, 11 ਬਿੱਲ ਸੀਗੇ ਤੇ ਬ੍ਰਹਮ ਇੰਦਰਾ ਜੀ ਨੇ ਪ੍ਰਪੋਜ਼ ਕੀਤਾ ਔਰ ਸਪੀਕਰ ਸਾਹਿਬ ਨੇ ਬਿਨਾਂ ਕਿਸੇ ਡਿਸਕਸ਼ਨ ਦੇ ਉੱਪਰ ਹੀ ਸਾਰੇ ਪਾਸ ਕਿਸੇ ਦੇ ਉੱਪਰ ਸਾਨੂੰ ਬੋਲਣ ਨਹੀਂ ਦਿੱਤਾ ਹੈਗਾ। ਜਦ ਕਿ ਇਸ ਤੋਂ ਪਹਿਲਾਂ ਵਾਲੇ ਬਿੱਲ ਦੇ ਉੱਪਰ ਚੰਨੀ ਸਾਹਿਬ ਨੇ 2.5 ਘੰਟੇ ਆਪਦੀ ਰਾਮ ਕਹਾਣੀ ਹੈ ਜਿਹੜੀ ਲੋਲੀਪੌਪ ਵੰਡੇ ਨੇ ਜਿਹੜੇ ਪਿਛਲੇ 20 ਦਿਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਉਹਦੀ ਸੁਣਾਈ ਹੈ। ਪੂਰੀ ਇਲੈਕਸ਼ਨ ਸਪੀਚ ਜਿਹੜੀ ਉਹ ਕੀਤੀ ਹੈ। ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਵੀ ਕਿਹਾ ਕਿ ਚਰਨਜੀਤ ਸਿੰਘ ਚੰਨੀ ਹਾਊਸ ਨੂੰ ਬਾਰ-ਬਾਰ ਝੂਠ ਬੋਲ ਕੇ ਮਿਸਲੀਡ ਕਰ ਰਹੇ ਸੀ। ਉਹਨਾਂ ਕਿਹਾ ਕਿ ਸਦਨ 'ਚ ਬਹਿਸ ਇਲੈਕਟ੍ਰਿਸਿਟੀ ਐਗਰੀਮੈਂਟ ਵਾਲੇ ਬਿੱਲ ਤੇ ਹੋ ਰਹੀ ਸੀ, ਪਰ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ 'ਚ ਉਹਨਾਂ ਵੱਲੋਂ ਕੀਤੇ ਕੰਮਾਂ ਦੇ ਸੋਹਲੇ ਹੀ ਗਾਉਂਦੇ ਰਹੇ। ਚੀਮਾ ਨੇ ਕਿਹਾ ਕਿ ਜੋ ਇਲੈਕਟ੍ਰਿਸਿਟੀ ਮਤਾ ਪਾਸ ਕਰਨ ਲਈ ਕਾਂਗਰਸ ਲੈ ਕੇ ਆਈ, ਉਹ ਸਿਰਫ ਤੇ ਸਿਰਫ ਟੈਰਿਫ ਚਾਰਜ ਘੱਟ ਕਰਨ ਲਈ ਹੀ ਸੀ, ਨਾ ਕਿ ਬਿਜਲੀ ਸਮਝੌਤੇ ਰੱਦ ਕਰਨ ਲਈ। ਦੇਖੋ, ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰ-ਬਾਰ ਹਾਊਸ ਨੂੰ ਮਿਸਲੀਡ ਕਰ ਰਿਹਾ ਸੀ, ਬਾਰ-ਬਾਰ ਝੂਠ ਬੋਲ ਰਿਹਾ ਸੀਗਾ। ਬਹਿਸ ਇਲੈਕਟ੍ਰਿਸਿਟੀ ਟੈਰਿਫ ਜਿਹੜਾ ਹੈਗਾ ਉਹਨੂੰ ਦੁਬਾਰਾ